मेरी तरफों ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਵੀਡੀਓ ਅਸੀਂ ਉਹਨਾਂ ਵਾਸਤੇ ਬਣਾ ਰਹੇ ਹੈਗੇ ਜਿਹੜੇ ਕਿ ਭਾਰਤ ਵਿੱਚ ਵਿਆਹ ਕਰਨ ਤੋਂ ਬਾਅਦ ਕੈਨੇਡਾ ਜਾਣਾ ਚਾਹੁੰਦੇ ਨੇ। ਫਸਟ ਆਫ ਆਲ ਤੇ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ ਕਿ ਵਿਦੇਸ਼ਾਂ ਵਿੱਚ ਇਸ ਗੱਲ ਤੇ ਕੋਈ ਰੁਕਾਵਟ ਨਹੀਂ ਹੈ ਕਿ ਤੁਸੀਂ ਵਿਆਹ ਕਰਕੇ ਇਕੱਠੇ ਇੱਕ ਪਲੇਨ 'ਚ ਟਰੈਵਲ ਨਹੀਂ ਕਰ ਸਕਦੇ। ਇੱਕ ਸਿਸਟਮ ਹੈ ਜਿਹੜਾ ਮੈਂ ਤੁਹਾਨੂੰ ਸਮਝਾਉਣ ਜਾ ਰਿਹਾ ਕਿ ਜੇਕਰ ਤੁਹਾਡੇ ਮਨ 'ਚ ਇੱਛਾ ਹੈ ਕਿ ਤੁਸੀਂ ਵਿਦੇਸ਼ ਵਿਚਕਾਰ ਆਪਣੀ ਵਾਈਫ ਦੇ ਨਾਲ ਜਾਂ ਹਸਬੈਂਡ ਦੇ ਨਾਲ ਇਕੱਠੇ ਜਾਣਾ ਹੈ ਤਾਂ ਸਿਸਟਮ ਕੀ ਹੈ। ਦੇਖੋ, ਨੰਬਰ 1 ਕੀ ਹੈ ਕਿ ਜਿੰਨੇ ਵੀ ਵੀਜ਼ਾ ਆਫਿਸ ਵਗੈਰਾ ਨੇ ਇਹ ਸਾਰੇ ਉਹ ਵੱਖਰੇ ਵੈਸਟਰਨ ਕੰਟਰੀਜ਼ ਦੇ ਹਨ। ਜੋ ਉਹਨਾਂ ਦੇ ਪ੍ਰਚਲਿਤ ਸਿਸਟਮ ਮੈਰਿਜ ਦਾ ਉਹਨਾਂ ਦੇ ਦੇਸ਼ਾਂ 'ਚ ਹੈ ਉਹੀ ਸਿਸਟਮ ਉਹ ਐਕਸਪੈਕਟ ਕਰਦੇ ਨੇ ਕਿ ਤੁਸੀਂ ਉਸ ਚੀਜ਼ ਨੂੰ ਫੋਲੋ ਕਰੋ। ਇਹਦੇ 'ਤੇ ਕੋਈ ਪੈਸਾ ਨਹੀਂ ਲੱਗਦਾ। ਤੁਸੀਂ ਦੇਖੋਗੇ ਜੇ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਜੋ ਗੱਲਾਂ ਦੱਸਣ ਜਾ ਰਿਹਾ ਤੁਸੀਂ ਉਹਦੇ ਮੁਤਾਬਕ ਚੱਲੋ। ਬਰਾਤ ਕਰਾਉਣ 'ਚ ਜਾ ਕੇ ਬਹੁਤਾ ਪੈਸਾ ਬਰਬਾਦ ਨਾ ਕਰੋ ਅਤੇ ਤੁਸੀਂ ਉਸ ਮੁਤਾਬਕ ਚੱਲੋ। ਤੁਹਾਡਾ ਪੈਸਾ ਵੀ ਬਚੇਗਾ, ਤੁਹਾਡੀ ਹੈਡੇਕ ਵੀ ਬਚੇਗੀ ਔਰ ਇੱਕੋ ਪਲੇਨ 'ਚ ਤੁਸੀਂ ਟਰੈਵਲ ਕਰਕੇ ਵਿਦੇਸ਼ਾਂ ਵਿੱਚ ਜਾਓਗੇ। ਅਕਸਰ ਆਪਾਂ ਦੇਖਦੇ ਹੈਗੇ ਹਾਂ ਕਿ ਭਾਰਤ ਦੇ ਵਿਚਕਾਰ ਆਪਣੇ ਜੋ ਪ੍ਰਚਲਿਤ ਹੈ ਕਿ ਪੇਰੈਂਟਸ ਲੜਕਾ ਜਾਂ ਲੜਕੀ ਸਿਲੈਕਟ ਕਰਦੇ ਨੇ, ਉਹਨਾਂ ਦੇ ਮੁਤਾਬਕ ਵਿਆਹ ਕੀਤਾ ਜਾਂਦਾ ਹੈ, ਪਰ ਵਿਦੇਸ਼ਾਂ ਵਿੱਚ ਇਹ ਪ੍ਰਚਲਿਤ ਨਹੀਂ ਹੈ। ਦੇਖੋ ਕੀ ਹੁੰਦਾ ਹੈ ਕਿ ਕੋਈ ਵੀ ਸਰਕਾਰ ਜੇ ਬਾਹਰਲੇ ਦੇਸ਼ਾਂ ਦੀ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਸਾਡੇ ਦੇਸ਼ ਵਿੱਚ ਬਹੁਤੇ ਕੋਰਟ ਵਿੱਚ ਕੇਸਿਸ ਨਾ ਹੋਣ, ਲੋਕੀ ਆਪਸ ਵਿੱਚ ਲੜਾਈ ਝਗੜਾ ਨਾ ਕਰਨ, ਕੁੱਟਮਾਰ ਹਸਬੈਂਡ ਵਾਈਫ ਦੀ ਨਾ ਹੋਵੇ, ਕਿਸੇ ਦੀ ਹਰੈਸ਼ਮੈਂਟ ਨਾ ਹੋਵੇ। ਉਹ ਚਾਹੁੰਦੇ ਨੇ ਕਿ ਵਿਆਹ ਤੋਂ ਪਹਿਲਾਂ ਦੋਨਾਂ ਦੇ ਵਿਚਕਾਰ ਕੋਰੈਸਪੋਂਡੈਂਸ ਹੋਣਾ ਲਾਜ਼ਮੀ ਹੈ। ਚਾਹੇ ਪਰਸਨਲ ਇੰਟਰੈਕਸ਼ਨ ਨਹੀਂ ਹੈ ਪਰ ਦੋਨਾਂ ਦੇ ਵਿਚਕਾਰ ਸੈੱਲਫੋਨ ਰਾਹੀਂ, ਈਮੇਲ ਦੇ ਰਾਹੀਂ ਵੀ ਉਹਨਾਂ ਦੋਨਾਂ 'ਚ ਰਿਸ਼ਤਾ ਕਿਵੇਂ ਡਿਵੈਲਪ ਹੋਇਆ ਇਸ ਗੱਲ ਦਾ ਤੁਹਾਡੇ ਕੋਲ ਪ੍ਰਮਾਣ ਹੋਣਾ ਚਾਹੀਦਾ ਹੈ, ਜਿਹਦੇ ਵਾਸਤੇ ਤੁਸੀਂ ਈਮੇਲ, ਵਟਸਐਪ ਮੈਸੇजेस ਜੋ ਵੀ ਕਰ ਰਹੇ ਜੀ ਉਹਦਾ ਤੁਹਾਡੇ ਕੋਲ ਪ੍ਰਿੰਟ ਆਊਟ ਹੋਣਾ ਲਾਜ਼ਮੀ ਹੈ। ਦੂਸਰਾ ਕੀ ਹੁੰਦਾ ਹੈ ਕਿ ਜੇ ਤੁਹਾਡਾ ਵਿਆਹ ਕਿਸੇ ਵਿਚੋਲੇ ਨੇ ਕਰਵਾਇਆ ਤਾਂ ਜਦੋਂ ਤੁਸੀਂ ਵਿਆਹ ਕਰਵਾ ਰਹੇ ਹੁੰਦੇ ਜੀ ਤਾਂ ਉੱਥੇ ਇੱਕ ਲੈਟਰ ਬਣਾਓ ਜਿਸ ਦੇ ਉੱਤੇ ਲਿਖੋ ਕਿ ਇਹ ਜੋ ਵਿਆਹ ਹੋ ਰਿਹਾ ਹੈ ਇੰਨੇ ਵਜੇ ਫਲਾਣੀ ਜਗ੍ਹਾ ਦੇ ਉੱਤੇ ਹੋ ਰਿਹਾ ਹੈ ਅਤੇ ਅਸੀਂ ਆਹ ਬੰਦੇ ਹਾਜ਼ਰ ਹੈ। ਤੁਸੀਂ ਉਹ ਜੋ 10, 15, 20 ਬੰਦੇ ਹੈਗੇ ਆ ਉਹ ਸਾਰੇ ਆਪਦਾ ਨਾਮ, ਫੋਨ ਨੰਬਰ, ਉਹ ਜਿਹੜੇ ਸਿਮ ਤੁਹਾਡਾ ਆਪਦਾ ਹੋਵੇ, ਡੈਡੀ ਮੰਮੀ ਦਾ ਨਹੀਂ, ਉਹ ਫੋਨ ਨੰਬਰ ਅਤੇ ਉਹਨਾਂ ਦੀ ਈਮੇਲ ਆਈਡੀ ਲਿਖ ਕੇ ਉਹਨਾਂ ਦੇ ਸਾਈਨ ਕਰਵਾ ਲਓ। ਤਾਂ ਜੇ ਵਿਚੋਲਾ ਵਿੱਚ ਪੈ ਕੇ ਵਿਆਹ ਕਰਵਾ ਰਿਹਾ ਹੈ ਤਾਂ ਉਹ ਸਬੂਤ ਜਿਹੜਾ ਹੈ ਸਾਰੇ ਦੇਸ਼ ਉਹਨੂੰ ਵੈਲਿਡ ਸਮਝਦੇ ਨੇ। ਜਦ ਤੁਸੀਂ ਮੈਰਿਜ ਪੈਲੇਸ ਨੂੰ ਹਾਇਰ ਕਰਦੇ ਜੇ, ਰੈਂਟ ਆਊਟ ਕਰਦੇ ਜੇ, ਚਾਹੇ ਕੋਈ ਛੋਟਾ ਹਾਲ ਹੋਵੇ ਚਾਹੇ ਵੱਡਾ ਹਾਲ ਹੋਵੇ, ਤਾਂ ਉਹਦਾ ਜਿਹੜਾ ਬਿੱਲ ਹੈ ਉਹ ਲੈਣਾ ਲਾਜ਼ਮੀ ਹੁੰਦਾ ਹੈ ਅਤੇ ਉਹ ਬਿੱਲ ਮੁੰਡੇ ਅਤੇ ਕੁੜੀ ਦੇ ਨਾਂ 'ਤੇ ਹੋਣਾ ਚਾਹੀਦਾ ਹੈ, ਨਾ ਕਿ ਲੜਕੇ ਤੇ ਲੜਕੀ ਦੇ ਫਾਦਰ ਦੇ ਨਾਂ ਦੇ ਉੱਤੇ ਹੋਵੇ। ਦੇਖੋ, ਐਪਲੀਕੇਸ਼ਨ ਬਾਅਦ 'ਚ ਕਿਹਨੇ ਲਗਾਉਣੀ ਹੈ, ਜਾਂ ਲੜਕੀ ਨੇ ਜਾਂ ਲੜਕੇ ਨੇ। ਜੇ ਕੋਈ ਫੋਟੋਗ੍ਰਾਫਰ ਹੈ ਕੋਈ 1000 ਫੋਟੋਗ੍ਰਾਫ ਲੈਣ ਦੀ ਲੋੜ ਨਹੀਂ ਹੈ, ਮੈਕਸਿਮਮ 20 ਫੋਟੋਗ੍ਰਾਫ ਤੁਸੀਂ ਲੈਣੀਆਂ ਨੇ ਔਰ ਉਹਦੇ ਜਿੰਨੇ ਮੈਂਬਰ ਨੇ ਵੀ ਉਸ ਫੋਟੋ 'ਚ ਜਿੰਨੇ ਬੰਦੇ ਆਏ ਨੇ ਉਹ ਬਲੱਡ ਰਿਲੇਸ਼ਨ ਹੋਣੇ ਚਾਹੀਦੇ ਲੜਕੇ ਤੇ ਲੜਕੀ ਦੇ, ਅਤੇ ਉਹਨਾਂ ਦੇ ਨਾਂ ਪਿਛਲੇ ਪਾਸੇ ਫੋਟੋਗ੍ਰਾਫ ਦੇ ਬੈਕ ਸਾਈਡ ਦੇ ਉੱਤੇ ਸੀਰੀਅਲ ਵਾਈਜ਼ ਬਣਾ ਲਓ। ਫਰੋਮ ਦਾ ਲੈਫਟ ਲਾਸਟ ਲੇਨ ਔਰ ਦੀ ਫਸਟ ਲੇਨ ਤੁਸੀਂ ਉਹਨਾਂ ਦੇ ਨਾਂ ਲਿਖਣੇ ਹੁੰਦੇ ਆ ਕਿ ਬਈ ਇਹ ਬੰਦੇ ਇਸ ਟਾਈਮ ਦੇ ਉੱਤੇ ਹਾਜ਼ਰ ਸੀਗੇ। ਉਹ ਇਸ ਕਰਕੇ ਕੀਤਾ ਜਾਂਦਾ ਹੈ ਕਿ ਦੇਖੋ ਇੱਥੇ ਨਜਾਇਜ਼ ਵਿਆਹ ਬਹੁਤ ਹੁੰਦੇ ਨੇ ਭਾਰਤ ਦੇ ਵਿਚਕਾਰ, ਅਤੇ ਜਿਹੜੇ ਫੋਰਨਰ ਨੇ, ਜਿਹੜੇ ਉੱਥੋਂ ਦੇ ਅਫਸਰ ਨੇ, ਉਹ ਉਹਨਾਂ ਬੰਦਿਆਂ ਨੂੰ ਪੁੱਛਣਾ ਚਾਹੁੰਦੇ ਵੀ ਕੀ ਵਿਆਹ ਤੁਹਾਡੇ ਸਾਹਮਣੇ ਹੋਇਆ ਸੀ ਜਾਂ ਨਹੀਂ ਹੋਇਆ ਸੀ। ਅਕਸਰ ਆਪਾਂ ਵਿਆਹ ਕਰਨ ਵੇਲੇ ਮੁੰਡੇ ਜਾਂ ਲੜਕੇ ਜਾਂ ਲੜਕੀ ਵਾਸਤੇ ਸੋਨਾ ਖਰੀਦਦੇ ਹਾਂ। ਉਹਦਾ ਬਿੱਲ ਕੀ ਹੁੰਦਾ, ਜਿਹੜਾ ਖਰੀਦਦਾਰ ਉਹ ਆਪਦੇ ਨਾਂ 'ਤੇ ਲੈ ਲੈਂਦਾ, ਇਹ ਵੈਲਿਡ ਨਹੀਂ ਹੈ। ਦੇਖੋ, ਤੁਸੀਂ ਕੋਈ ਗਿਫਟ, ਮੋਟਰਸਾਈਕਲ, ਕਾਰ ਖਰੀਦ ਰਹੇ ਜੀ, ਫਸਟ ਆਫ ਆਲ ਤਾਂ ਉਹ ਖਰੀਦਣ ਦੀ ਲੋੜ ਨਹੀਂ ਕਿਉਂਕਿ ਮੁੰਡੇ ਕੁੜੀ ਨੇ ਬਾਹਰ ਚਲੇ ਜਾਣਾ ਹੈ, ਉਹ ਘਰੇ ਵੇਸਟ ਖੜੇ ਰਹਿਣਗੇ, ਤੁਹਾਡਾ ਪੈਸਾ ਬਲੌਕ ਹੋ ਜਾਏਗਾ। ਜੇ ਤੁਸੀਂ ਕੋਈ ਗਿਫਟ ਵੀ ਦੇਣਾ ਹੈ ਤਾਂ ਬੈਂਕ ਦੇ ਵਿਚਕਾਰ ਲੜਕੇ ਤੇ ਲੜਕੀ ਦੇ ਨਾਂ 'ਤੇ ਫਿਕਸ ਡਿਪੋਜ਼ਿਟ ਕਰਾਓ ਤਾਂ ਕਿ ਨਾ ਤਾਂ ਉਹ ਇਕੱਲਾ ਕਢਾ ਸਕੇ ਨਾ ਉਹ ਇਕੱਲਾ ਕਢਾ ਸਕੇ। ਪਲੱਸ ਇਹ ਇੱਕ ਸਬੂਤ ਹੈ, ਬੜਾ ਪੱਕਾ ਸਬੂਤ ਹੈ ਕਿ ਤੁਸੀਂ ਜਿਹੜੇ ਬੈਂਕ ਵਿੱਚ ਪੈਸੇ ਦੀ ਫਿਕਸ ਡਿਪੋਜ਼ਿਟ ਪਿਆ ਹੈਗਾ ਉਹ
ਹਸਬੈਂਡ ਵਾਈਫ ਦਾ ਇੱਕ ਠੀਕ ਠਾਕ ਵਿਆਹ ਹੁੰਦਾ ਪੱਕਾ ਸਬੂਤ ਹੈ। ਇਸ ਤੋਂ ਇਲਾਵਾ ਤੁਸੀਂ ਬੀਮਾ ਪਾਲਿਸੀ ਲੈ ਸਕਦੇ ਜੀ, ਚਾਹੇ 1 ਸਾਲ ਦੀ ਲੈ ਲਓ ਚਾਹੇ 2 ਸਾਲ ਦੀ ਲੈ ਲਓ, ਤੇ ਉਹਦਾ ਜਿਹੜਾ ਹੱਕਦਾਰ ਹੈ ਉਹ ਜੇ ਵਿਆਹ ਹੋ ਗਿਆ ਤਾਂ ਉਹ ਲੜਕੀ ਜਾਂ ਉਹਦਾ ਹਸਬੈਂਡ ਹੀ ਹੋ ਸਕਦਾ ਹੈ, ਤੀਜਾ ਬੰਦਾ ਨਹੀਂ ਹੋ ਸਕਦਾ। ਨੈਕਸਟ ਪੁਆਇੰਟ ਕੀ ਹੈ ਕਿ ਦੇਖੋ ਤੁਹਾਡੇ ਹਰ ਲੜਕੀ ਕੋਲ ਅੱਜ ਕੱਲ੍ਹ ਫੋਨ ਹੈ, ਉਹਦੇ ਸਿਮ ਤੁਹਾਡਾ ਆਪ ਦਾ ਹੋਣਾ ਚਾਹੀਦਾ, ਡੈਡੀ ਮੰਮੀ ਦਾ ਨਹੀਂ। ਇਹ ਖਾਸ ਦੇਖੋ ਵਿਦੇਸ਼ਾਂ ਦੇ ਵਿਚਕਾਰ ਜਦ ਕੋਈ ਵੀਜ਼ਾ ਅਫਸਰ ਬੈਠ ਕੇ ਵੈਰੀਫਾਈ ਕਰਦਾ ਹੈ, ਸਪੋਜ਼ ਕਰੋ ਤੁਹਾਨੂੰ ਕੋਈ ਗੱਲ ਪੁੱਛਣਾ ਚਾਹੁੰਦਾ ਕਿ ਤੁਹਾਡੀ ਐਪਲੀਕੇਸ਼ਨ ਟੁੱਟੀ ਹੈ, ਉਹ ਤੁਹਾਨੂੰ ਫੋਨ ਕਰੇਗਾ, ਤੇ ਜਦੋਂ ਫੋਨ ਕਰੇਗਾ ਤੇ ਜੇ ਤੁਹਾਡਾ ਨਾਮ ਉਹਦੇ ਕੋਲ ਸਕਰੀਨ ਤੇ ਨਹੀਂ ਆਊਗਾ ਤਾਂ ਉਹ ਸਮਝੇਗਾ ਇਹ ਬੋਗਸ ਕੇਸ ਹੈ। ਸੋ ਇਸ ਗੱਲ ਨਾਲ ਖਾਸ ਧਿਆਨ ਰੱਖੋ, ਇਹ ਤੁਹਾਡੇ ਕੋਲੇ ਆਪਦਾ ਸਿਮ ਸੈੱਲਫੋਨ 'ਚ ਹੋਣਾ ਚਾਹੀਦਾ ਹੈ, ਤੁਹਾਡੀ ਆਪਦੀ ਈਮੇਲ ਆਈਡੀ ਇੱਕ ਹੋਣੀ ਲਾਜ਼ਮੀ ਹੈ, ਕਿਉਂਕਿ ਅੱਜ ਕੱਲ੍ਹ ਵੈਸਟਰਨ ਕੰਟਰੀ ਦੇ ਵਿਚਕਾਰ ਪੇਪਰ ਵਰਕ ਬਿਲਕੁਲ ਨਹੀਂ ਹੁੰਦਾ, ਟੋਟਲੀ ਕੰਮ ਈਮੇਲ ਦੇ ਉੱਤੇ ਹੈ। ਉਹਨਾਂ ਨਾਲ ਇੱਕ ਤਾਂ ਸਰਕਾਰ ਦਾ ਖਰਚਾ ਬਚਦਾ ਹੈ, ਦੂਜਾ ਪੋਲਿਊਸ਼ਨ ਘੱਟ ਕ੍ਰੀਏਟ ਹੁੰਦਾ ਹੈ, ਤੀਜਾ ਸੁਪਰਫਾਸਟ ਦੀ ਸਪੀਡ ਹੈ, 5 ਮਿੰਟ ਤੋਂ ਬਾਅਦ ਈਮੇਲ ਤੁਹਾਡੇ ਕੋਲ ਆ ਜਾਂਦੀ ਹੈ, ਤੇ ਤੁਸੀਂ ਆਪਦਾ ਸਪੈਮ ਫੋਲਡਰ ਅਕਸਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਕੋਈ ਸਰਕਾਰੀ ਡਾਕੂਮੈਂਟ ਤੁਹਾਡੇ ਕੋਲ ਆਇਆ ਹੋਵੇ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਨਾ ਹੋਵੇ, ਉਸ ਦੇ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ। ਲਾਸਟ ਬਟ ਨਾਟ ਲੀਸਟ, ਦੇਖੋ ਕੀ ਹੈ ਕਿ ਭਾਰਤ ਦੇ ਵਿਚਕਾਰ ਕਾਨੂੰਨ ਹੈ ਕਿ ਪੁਰਾਣਾ ਕਾਨੂੰਨ ਕੀ ਸੀਗਾ ਕਿ 18 ਸਾਲ ਤੋਂ ਘੱਟ ਲੜਕੀ ਨਹੀਂ ਹੋ ਸਕਦੀ ਤੇ 21 ਸਾਲ ਤੋਂ ਥੱਲੇ ਲੜਕਾ ਨਹੀਂ ਹੋ ਸਕਦਾ। ਸੋ ਹੁਣ ਭਾਰਤ ਸਰਕਾਰ ਰਿਵਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਤੁਹਾਨੂੰ ਉਹਨਾਂ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਨੂੰ ਵਿਆਹ ਕਰਾਉਣ ਦੀ ਏਜ ਲਿਮਿਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਔਰ ਇਹ ਗੱਲ ਤੁਹਾਡੀ ਉਹਦੇ ਇੰਟਰਵਿਊ ਦੇ ਵਿੱਚ ਵੀ ਪੁੱਛੀ ਜਾ ਸਕਦੀ ਹੈ। ਦੇਖੋ ਇੱਕ ਪੁਆਇੰਟ ਬਹੁਤ ਇੰਪੋਰਟੈਂਟ ਹੈ ਜਿਹੜਾ ਅਕਸਰ ਲੜਕੀਆਂ ਗਲਤੀ ਕਰਦੇ ਹਨ। ਜਦ ਤੁਸੀਂ ਕੈਨੇਡਾ ਦੀ ਸਰਕਾਰ ਕਾਲਜ ਜਾਂ ਯੂਨੀਵਰਸਿਟੀ 'ਚ ਦਾਖਲੇ ਭਰਨ ਦੀ ਫਾਰਮ ਲੋਡ ਕਰਕੇ ਭੇਜਦਾ, ਉਦੋਂ ਤੁਸੀਂ ਲਿਖ ਰਹੇ ਹੋਏ ਕਿ ਬਈ ਮੈਂ ਅਨਮੈਰਿਡ ਹੈ, ਸਿੰਗਲ ਹੈ। ਤੁਸੀਂ ਜਦ ਤੱਕ ਕੈਨੇਡਾ ਨਹੀਂ ਪਹੁੰਚ ਜਾਂਦੇ ਤਦ ਤੱਕ ਤੁਸੀਂ ਆਪਦੀ ਮੈਰਿਜ ਸਟੇਟਸ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੋ, ਵਿਆਹ ਕਰਨ ਦੀ ਕੋਸ਼ਿਸ਼ ਨਾ ਕਰੋ, ਜਾਂ ਸ਼ੁਰੂ ਹੀ ਪਹਿਲਾਂ ਤੁਸੀਂ ਵੇਟ ਕਰੋ, ਵਿਆਹ ਕਰੋ। ਜਦੋਂ ਤੁਸੀਂ ਉਸ ਕਾਲਜ ਨੂੰ ਜਾਂ ਯੂਨੀਵਰਸਿਟੀ ਨੂੰ ਲੈਟਰ ਆਪਦੀ ਐਪਲੀਕੇਸ਼ਨ ਦਾਇਰ ਕਰਦੇ ਜੇ, ਉਦੋਂ ਹੀ ਤੁਹਾਡੇ ਹਸਬੈਂਡ ਦਾ ਜਾਂ ਵਾਈਫ ਦਾ ਨਾਮ, ਪਾਸਪੋਰਟ ਨੰਬਰ ਤੇ ਉਹਦਾ ਕਿੱਤਾ ਵਗੈਰਾ ਲਿਖਿਆ ਹੋਣਾ ਚਾਹੀਦਾ ਹੈ। ਤੀਸਰਾ ਕੀ ਹੈ ਕਿ ਮੈਂ ਦੇਖਦਾ ਉੱਥੇ ਬਹੁਤ ਸਾਰੀਆਂ ਕੁੜੀਆਂ ਲਾਲ ਚੂੜਾ ਪਾ ਕੇ ਘੁੰਮ ਰਹੀਆਂ ਹੋਈਆਂ ਕੈਨੇਡਾ ਦੇ ਵਿੱਚ। ਇਹ ਕੋਈ ਸਰਟੀਫਿਕੇਟ ਨਹੀਂ ਹੈ। ਲਾਲ ਚੂੜਾ ਪਾਇਆ ਜਾਣਾ, ਗੋਰਿਆਂ ਨੂੰ ਪਤਾ ਹੀ ਨਹੀਂ ਹੈ ਕਿ ਲਾਲ ਚੂੜਾ ਕਿਉਂ ਪਾਇਆ ਜਾਂਦਾ ਹੈ। ਉਹਨਾਂ ਦਾ ਆਪਦਾ ਕਲਚਰ ਹੈ, ਕਿਉਂਕਿ ਚੂੜੀਆਂ ਪਾਉਣ ਦਾ ਫੈਸ਼ਨ ਕੈਨੇਡਾ 'ਚ ਨਹੀਂ ਹੈ। ਕਿ ਰੀਜ਼ਨ ਬੀਇੰਗ ਕਿ ਜਦ ਤੁਸੀਂ ਕੰਮ ਕਰੋਗੀਆਂ ਤੁਸੀਂ ਖੜਕਾ ਹੋਏਗਾ, ਖੜਕਾ ਹੋਣ ਦੇ ਨਾਲ ਕੀ ਹੈ, ਜਿਹੜੇ ਤੁਹਾਡੇ ਦੂਜੇ ਸਟਾਫ ਮੈਂਬਰ ਕੰਮ ਕਰ ਰਹੇ ਹੋ ਡਿਸਟਰਬ ਹੋਣਗੇ। ਤੀਸਰਾ ਕੀ ਹੈ ਕਿ ਜੇ ਤੁਹਾਡੀ ਚੂੜੀ ਟੁੱਟ ਗਈ ਤਾਂ ਕਿਸੇ ਦੇ ਪੈਰ 'ਚ ਵੱਜੂਗੀ, ਕਿਸੇ ਦੇ ਹੱਥ 'ਚ ਵੱਜੂਗਾ। ਜੇ ਉਹਨੂੰ ਸੱਟ ਵੱਜ ਗਈ ਉਹਦਾ ਹਰਜਾਨਾ ਜਾਂ ਤਾਂ ਇੰਪਲੋਇਰ ਦੇ 'ਤੇ ਪਊਗਾ ਜਾਂ ਤੁਹਾਡੇ ਕੋਲੋਂ ਲਿਆ ਜਾਊਗਾ। ਨੈਕਸਟ ਪੁਆਇੰਟ ਕਿ ਹਾਈਜੀਨਿਕ ਨਹੀਂ ਹੈ। ਚੂੜਾ ਪਾ ਕੇ ਪੂਰੀ ਬਾਂਹ ਜਦ ਤੁਸੀਂ ਭਰ ਲਓਗੀਆਂ ਤਾਂ ਉੱਥੇ ਤੁਹਾਡਾ ਨਹਾਓਗੀਆਂ ਕਿਵੇਂ, ਤੁਸੀਂ ਆਪਣੇ ਸਰੀਰ ਨੂੰ ਸਾਫ਼ ਕਿਵੇਂ ਰੱਖ ਸਕੋਗੀਆਂ, ਉਹਨਾਂ ਨਾਲ ਤੁਹਾਡੇ ਕੋਲ ਬਦਬੂ ਆਊਗੀ ਜਿਹੜੀ ਕਿ ਗੋਰੇ ਤਾਂ 2 ਮਿੰਟ ਤੁਹਾਨੂੰ ਉੱਥੋਂ ਤੋੜ ਦੇਣਗੇ। ਸੋ ਰੀਜ਼ਨ ਬੀਇੰਗ ਇਹ ਸਾਰੀਆਂ ਗੱਲਾਂ ਤੋਂ ਮੈਂ ਤੁਹਾਨੂੰ ਸਟੇਟ ਕਰਨਾ ਚਾਹੁੰਦਾ ਸੀ ਵੀ ਤੁਸੀਂ ਕੋਈ ਵੀ ਵਿਆਹ ਸ਼ਾਦੀ ਕਰਨ ਤੋਂ ਪਹਿਲਾਂ ਹੇਠ ਲਿਖੇ ਪੁਆਇੰਟ ਸੋਚ ਲੈ ਜਾਣ, ਧੱਕੇਸ਼ਾਹੀ ਨਾ ਕੀਤੀ ਜਾਵੇ, ਕਿਉਂਕਿ ਵਿਆਹ ਕਰਨ ਤੋਂ ਬਾਅਦ ਜੇ ਲੜਕਾ ਲੜਕੀ ਨੂੰ 4-5 ਸਾਲ ਅਲੱਗ ਰਹਿਣਾ ਪੈ ਜਾਵੇ ਜਾਂ ਇੰਨੀ ਹਰੈਸ਼ਮੈਂਟ ਚੱਲਣੀ ਪੈ ਜਾਏ ਕਿ ਤੁਸੀਂ ਦਿੱਲੀ ਐਮਬੈਸੀ ਜਾ ਰਹੇ ਜੇ, ਉੱਥੇ ਇੰਟਰਵਿਊ ਹੋ ਰਹੀ ਹੈ, ਉਹ ਬਦਤਮੀਜ਼ ਵਾਲੇ ਕੁਐਸਚਨ ਪੁੱਛ ਰਹੇ ਨੇ, ਤੁਸੀਂ ਜਵਾਬ ਦੇਣ ਦੇ ਅਸਮਰੱਥ ਹੋ, ਤਾਂ ਤੁਹਾਡਾ ਉਹ ਐਪਲੀਕੇਸ਼ਨ ਰੱਦ ਹੋ ਜਾਏਗੀ। ਜਦ ਤੁਸੀਂ ਆਪਦੀ ਵਾਈਫ ਜਾਂ ਹਸਬੈਂਡ ਦੇ ਨਾਲ ਵਿਦੇਸ਼ ਵਿੱਚ ਟਰੈਵਲ ਕਰ ਰਹੇ ਜੀ, ਤੁਹਾਡੇ ਕੋਲ ਸਫੀਸ਼ੀਐਂਟ ਫੰਡਸ ਬੈਂਕ ਵਿੱਚ ਹੋਣੇ ਚਾਹੀਦੇ ਨੇ। ਜੇ ਤੁਸੀਂ ਇਹ FDR ਕੀਤੀ ਹੋਏਗੀ, ਇਹ ਤੁਹਾਡਾ ਪ੍ਰੂਫ ਬਣੇਗਾ ਕਿ ਜਦ ਮੈਂ ਵਿਦੇਸ਼ ਵਿੱਚ ਆਪਦੀ ਘਰ ਵਾਲੀ ਜਾਂ ਘਰ ਵਾਲੇ ਨਾਲ ਜਾਊਂਗੀ ਤਾਂ ਇਹ ਪੈਸੇ ਮੇਰੀ ਹੈਲਪ ਕਰਨਗੇ। ਸੋ ਇਹਨਾਂ ਤੁਹਾਡਾ ਵੀਜ਼ਾ ਵੀ ਜਲਦੀ ਮਿਲੂਗਾ ਤੇ ਤੁਹਾਡਾ ਵਿਆਹ ਵੀ ਜਲਦੀ ਕਰਾਰ ਨਹੀਂ ਦਿੱਤਾ ਜਾਊਗਾ। ਇਹਨਾਂ ਤੱਥਾਂ ਦੇ ਨਾਲ ਅਸੀਂ ਤੁਹਾਨੂੰ ਇਹ ਵੀਡੀਓ ਖਤਮ ਕਰਦੇ ਹਾਂ। ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਸਾਡੇ ਉਪਰੋਕਤ ਦਿੱਤੇ ਗਏ ਟੈਲੀਫੋਨ ਉੱਤੇ ਸੰਪਰਕ ਕਰ ਲਿਆ ਜਾਵੇ। ਫ੍ਰੀ ਵਿੱਚ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।